हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਮਾਸਟਰ ਕੇਡਰ ਇੰਡੀਅਨ ਹਿਸਟਰੀ ਅਗਲਾ ਭਾਗ ਅਗਲੇ ਨਵੇਂ MCQ ਵਨ ਲਾਈਨ ਕੁਐਸਚਨ ਜਿਹੜੇ ਤੁਹਾਡੇ ਲਈ ਲੈ ਕੇ ਆਏ ਆ। MCQ ਨਹੀਂ ਹੈ, MCQ ਜਿਹੜਾ ਬਾਅਦ ਵਿੱਚ ਸਟਾਰਟ ਕਰਾਂਗੇ। ਸੋ ਬੈਸਟ ਮੋਸਟ ਇੰਪੋਰਟੈਂਟ ਕੁਐਸਚਨ ਨੇ। ਸੋ ਤਿੰਨ ਭਾਗ ਤੁਹਾਡੇ ਲਈ ਜਿਹੜੇ ਪਹਿਲਾਂ ਉਹ ਪ੍ਰੋਵਾਈਡ ਕਰ ਦਿੱਤੇ ਨੇ। ਜਿਨ੍ਹਾਂ ਨੇ ਹਾਲੇ ਤੱਕ ਰੀਡ ਨਹੀਂ ਕੀਤੇ ਤਾਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜਾਂ ਫਿਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਰੀਡ ਕਰ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ ਭਾਗ ਦੇ ਨਵੇਂ ਪ੍ਰਸ਼ਨ ਉੱਤਰ। ਤਾਂ ਕੱਲ੍ਹ ਆਪਾਂ ਕੁਐਸਚਨ ਕੀਤਾ ਸੀਗਾ ਲਾਸਟ ਜਿਹੜਾ ਪ੍ਰਸਿੱਧ ਕੋਨਾਰਕ ਮੰਦਰ ਕਿਸ ਦੇਵਤਾ ਲਈ ਹੈ, ਤਾਂ ਇਹ ਸੀਗਾ ਜੀ ਸੂਰਜ ਦੇਵਤਾ ਲਈ। ਤਾਂ ਅਗਲੇ ਪ੍ਰਸ਼ਨ ਤੋਂ ਆ ਜਿਹੜਾ ਸਟਾਰਟ ਕਰਾਂਗੇ। ਮਰਾਠਾ ਸੁਤੰਤਰਤਾ ਸੰਗਰਾਮ ਦੀ ਅਗਵਾਈ ਹੈ ਜਿਹੜੀ ਔਰੰਗਜ਼ੇਬ ਦੇ ਵਿਰੁੱਧ ਕਿਸ ਮਹਿਲਾ ਨੇ ਕੀਤੀ ਸੀ? ਔਰੰਗਜ਼ੇਬ ਦੇ ਵਿਰੁੱਧ ਕੀਤੀ ਗਈ ਸੀ ਮਰਾਠਾ ਸੁਤੰਤਰਤਾ ਸੰਗਰਾਮ ਦੀ ਅਗਵਾਈ, ਅਤੇ ਉਹ ਕਿਸ ਮਹਿਲਾ ਨੇ ਕੀਤੀ ਸੀ? ਉਸ ਮਹਿਲਾ ਦਾ ਨਾਮ ਕੀ ਸੀਗਾ? ਤਾਂ ਉਹ ਸੀਗਾ ਤਾਰਾਬਾਈ। ਤਾਰਾਬਾਈ ਉਹ ਮਹਿਲਾ ਸੀ ਜਿਹਨੇ ਔਰੰਗਜ਼ੇਬ ਦੇ ਵਿਰੁੱਧ ਹੈ ਜਿਹੜੀ ਮਰਾਠਾ ਸੁਤੰਤਰਤਾ ਸੰਗਰਾਮ ਹੋਇਆ ਸੀ ਉਸ ਦੀ ਅਗਵਾਈ ਹੈ ਜਿਹੜੀ ਕੀਤੀ ਸੀ। ਅਗਲਾ ਪ੍ਰਸ਼ਨ ਹੈ ਪਾਣੀਪਤ ਦਾ ਤੀਸਰਾ ਯੁੱਧ ਅਹਿਮਦ ਸ਼ਾਹ ਅਬਦਾਲੀ ਅਤੇ ਹੋਰ ਕਿਹੜੇ ਸ਼ਾਸਕ ਦੇ ਵਿਚਕਾਰ ਹੋਇਆ ਸੀਗਾ? ਤਾਂ ਇਹ ਹੋਇਆ ਸੀਗਾ ਜੀ ਮਰਾਠਿਆਂ ਦੇ ਵਿਚਕਾਰ। ਅਹਿਮਦ ਸ਼ਾਹ ਅਬਦਾਲੀ ਅਤੇ ਮਰਾਠਿਆਂ ਦੇ ਵਿਚਕਾਰ ਪਾਣੀਪਤ ਦੀ ਤੀਜੀ ਲੜਾਈ ਜਿਹੜੀ ਹੋਈ ਸੀ। ਸੋ ਤਿੰਨੋਂ ਲੜਾਈਆਂ ਤੋਂ ਕੋਈ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਅਗਲਾ ਪ੍ਰਸ਼ਨ ਹੈ ਪ੍ਰਥਮ ਜੈਨ ਸਭਾ ਯਾਨੀ ਕਿ ਪਹਿਲੀ ਜੈਨ ਸਭਾ ਕਿਸ ਸ਼ਾਸਕ ਦੇ ਕਾਲ ਵਿੱਚ ਹੋਈ ਸੀ? ਤਾਂ ਇਹ ਹੋਈ ਸੀ ਜੀ ਚੰਦਰਗੁਪਤ ਮੌਰੀਆ ਦੇ ਕਾਲ ਵਿੱਚ ਪਹਿਲੀ ਜੈਨ ਸਭਾ ਜਿਹੜੀ ਹੋਈ ਸੀ। ਪਹਿਲਾ ਇਤਿਹਾਸਕ ਸਮਰਾਟ ਕਿਸ ਨੂੰ ਮੰਨਿਆ ਜਾਂਦਾ ਹੈ? ਤਾਂ ਇਹ ਵੀ ਮੰਨਿਆ ਜਾਂਦਾ ਹੈ ਜੀ ਚੰਦਰਗੁਪਤ ਮੌਰੀਆ ਨੂੰ ਪਹਿਲਾ ਇਤਿਹਾਸਕ ਸਮਰਾਟ ਜਿਹੜਾ ਮੰਨਿਆ ਜਾਂਦਾ ਹੈ। ਸੋ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ। ਵੈਦਿਕ ਯੁੱਗ ਵਿੱਚ ਰਾਜ ਵਿਵਸਥਾ ਦਾ ਸਰੂਪ ਕਿਹੋ ਜਿਹਾ ਸੀ? ਤਾਂ ਇਹ ਸੀਗਾ ਜੀ ਰਾਜਤੰਤਰਿਕ। ਵੈਦਿਕ ਯੁੱਗ ਦੇ ਵਿੱਚ ਪੁੱਛਿਆ ਗਿਆ ਤਾਂ ਜਿਹੜੀ ਰਾਜ ਵਿਵਸਥਾ ਸੀ ਉਹ ਰਾਜਤੰਤਰਿਕ ਸੀ। ਅਗਲਾ ਪ੍ਰਸ਼ਨ ਹੈ ਵੇਦਾਂਤ ਸ਼ਬਦ ਦਾ ਪ੍ਰਯੋਗ ਕਿਸ ਲਈ ਕੀਤਾ ਜਾਂਦਾ ਸੀ? ਤਾਂ ਇਹ ਕੀਤਾ ਜਾਂਦਾ ਸੀਗਾ ਜੀ ਉਪਨਿਸ਼ਦਾਂ ਲਈ। ਵੇਦਾਂਤ ਸ਼ਬਦ ਦਾ ਜਿਹੜਾ ਪ੍ਰਯੋਗ ਹੈ ਕੀਤਾ ਜਾਂਦਾ ਸੀ। ਦਿੱਲੀ ਦਾ ਅੰਤਿਮ ਸ਼ਾਸਕ ਕੌਣ ਸੀਗਾ? ਤਾਂ ਇਹ ਸੀਗਾ ਜੀ ਪ੍ਰਿਥਵੀ ਰਾਜ ਚੌਹਾਨ ਜੋ ਦਿੱਲੀ ਦਾ ਅੰਤਿਮ ਸ਼ਾਸਕ ਹੋਇਆ। 1769 ਤੋਂ 70 ਦਾ ਪ੍ਰਸਿੱਧ ਅਕਾਲ ਦੇਸ਼ ਦੇ ਕਿਸ ਭਾਗ ਦੇ ਵਿੱਚ ਪਿਆ ਸੀ? ਤਾਂ ਇਹ ਪਿਆ ਸੀਗਾ ਜੀ ਬੰਗਾਲ ਦੇ ਵਿੱਚ। 1769-70 ਦੇ ਵਿੱਚ ਸਭ ਤੋਂ ਵੱਡਾ ਅਕਾਲ ਹੈ ਜਿਹੜਾ ਇਹ ਬੰਗਾਲ ਦੇ ਵਿੱਚ ਪਿਆ ਸੀ, ਜਿੱਥੇ ਕਾਫੀ ਗਿਣਤੀ ਦੇ ਵਿੱਚ ਲੋਕ ਜਿਹੜੇ ਮਾਰੇ ਗਏ ਸੀ। ਲਗਭਗ ਤਕਰੀਬਨ ਜਿਹੜੇ 20 ਲੱਖ ਲੋਕ ਸੀ ਜਿਹੜੇ ਇਹਦੇ ਵਿੱਚ ਮਾਰੇ ਗਏ ਸੀਗੇ ਅਕਾਲ ਪੈਣ ਦੇ ਕਾਰਨ। ਸੋ ਇਹ ਬੰਗਾਲ ਦੇ ਵਿੱਚ ਪਿਆ ਸੀ, ਇਹ ਜ਼ਰੂਰ ਨੋਟ ਕਰ ਲਿਓ ਕੁਐਸਚਨ। ਅਗਲਾ ਪ੍ਰਸ਼ਨ ਹੈ ਸ਼ਾਹਜਹਾਂ ਨੇ ਜਹਾਂਗੀਰ ਵਿਰੁੱਧ ਵਿਦਰੋਹ ਕਿਸ ਸਾਲ ਕੀਤਾ ਸੀਗਾ? ਤਾਂ ਇਹ ਕੀਤਾ ਸੀਗਾ ਜੀ ਸਨ 1923 ਦੇ ਵਿੱਚ। ਸ਼ਾਹਜਹਾਂ ਨੇ ਜਹਾਂਗੀਰ ਦੇ ਵਿਰੁੱਧ ਜਿਹੜਾ ਵਿਦਰੋਹ ਕਰ ਦਿੱਤਾ ਸੀ। ਖਾਲਸਾ ਦਾ ਆਰੰਭ ਕਿਸ ਸਿੱਖ ਗੁਰੂ ਨੇ ਕੀਤਾ ਸੀ? ਇਹ ਤੁਹਾਨੂੰ ਪਤਾ ਹੀ ਹੋਏਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਜੋ ਸਿੱਖਾਂ ਦੇ 10ਵੇਂ ਗੁਰੂ ਸੀਗੇ। ਸੋ ਇਹਨਾਂ ਨੇ ਖਾਲਸਾ ਦਾ ਆਰੰਭ ਹੈ ਜਿਹੜਾ ਕੀਤਾ ਸੀ, ਖਾਲਸਾ ਪੰਥ ਦਾ। ਅੰਗਰੇਜ਼ਾਂ ਦਾ ਸਭ ਤੋਂ ਪਹਿਲਾ ਸੰਘਰਸ਼ ਕਿਸ ਮੁਗਲ ਸਮਰਾਟ ਨਾਲ ਹੋਇਆ ਸੀਗਾ? ਤਾਂ ਇਹ ਹੋਇਆ ਸੀਗਾ ਜੀ ਔਰੰਗਜ਼ੇਬ ਨਾਲ। ਸੋ ਅੰਗਰੇਜ਼ਾਂ ਦੇ ਸਭ ਤੋਂ ਪਹਿਲਾ ਸੰਘਰਸ਼ ਸੀਗਾ ਅਤੇ ਮੁਗਲ ਸਮਰਾਟ ਕੌਣ ਸੀਗਾ? ਔਰੰਗਜ਼ੇਬ। ਸੋ ਸਭ ਤੋਂ ਪਹਿਲਾਂ ਆਪਾਂ ਲੜਾਈ ਕਹਿ ਸਕਦੇ ਹਾਂ ਕਿ ਅੰਗਰੇਜ਼ਾਂ ਦੀ ਔਰੰਗਜ਼ੇਬ ਦੇ ਨਾਲ ਹੋਈ ਸੀ। ਅਗਲਾ ਪ੍ਰਸ਼ਨ ਹੈ 1878 ਨੂੰ ਵਰਨਾਕੂਲਰ ਜਾਂ ਵਰਨਾਕੂਲਰ ਪ੍ਰੈਸ ਐਕਟ ਸੀ ਜਿਹੜਾ, ਇਹਦਾ ਅਰਥ ਕੀ ਸੀਗਾ? ਵਰਨਾਕੂਲਰ 1878 ਦਾ ਪ੍ਰੈਸ ਐਕਟ, ਤਾਂ ਇਹਦਾ ਜਿਹੜਾ ਅਰਥ ਸੀ ਭਾਰਤੀ ਭਾਸ਼ਾਵਾਂ ਦੇ ਵਿੱਚ ਸਮਾਚਾਰ ਪੱਤਰਾਂ ਦਾ ਪ੍ਰਕਾਸ਼ਨ ਰੋਕਣਾ। ਯਾਨੀ ਕਿ ਜੋ ਭਾਰਤੀ ਭਾਸ਼ਾਵਾਂ ਸੀ ਤਾਂ ਉਹਨਾਂ ਨੂੰ ਜੋ ਸਮਾਚਾਰ ਪੱਤਰ ਸੀ, ਅਖਬਾਰ ਸੀ, ਤਾਂ ਉਹਨਾਂ ਦੇ ਵਿੱਚ ਪ੍ਰਕਾਸ਼ਨ ਤੋਂ ਰੋਕਣਾ ਸੀ। ਪ੍ਰਕਾਸ਼ਨ ਉਹਨਾਂ ਦਾ ਨਹੀਂ ਹੋਣ ਦੇਣਾ ਸੀ, ਇਸ਼ਤਿਹਾਰਬਾਜ਼ੀ ਨਹੀਂ ਹੋਣ ਦੇਣੀ ਸੀ। ਤਾਂ ਇਹ ਵਰਨਾਕੂਲਰ ਪ੍ਰੈਸ ਐਕਟ ਸੀਗਾ 1878 ਦਾ। ਅਗਲਾ ਪ੍ਰਸ਼ਨ ਹੈ ਸੱਤਿਆ ਸ਼ੋਧਕ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ ਸੀ? ਤਾਂ ਇਹ ਕੀਤੀ ਸੀ ਜੀ ਜੋਤੀਬਾ ਫੂਲੇ ਨੇ। ਸੱਤਿਆ ਸ਼ੋਧਕ ਸਮਾਜ ਦੀ ਜਿਹੜੀ ਸਥਾਪਨਾ ਉਹ ਕੀਤੀ। ਅਗਲਾ ਪ੍ਰਸ਼ਨ ਹੈ ਪੇਸ਼ਾਵਰ ਕਿਸ ਸਮਰਾਟ ਦੇ ਸ਼ਾਸਨ ਕਾਲ ਦੇ ਵਿੱਚ ਬੌਧ ਸੱਭਿਅਤਾ ਦਾ ਪ੍ਰਸਿੱਧ ਕੇਂਦਰ ਸੀ? ਜੋ ਬੌਧ ਸੱਭਿਅਤਾ ਸੀ ਤਾਂ ਕਿਸ ਦੇ ਉਹ ਕਿਹੜਾ ਸਮਰਾਟ ਸੀ ਅਤੇ ਉਸਦੇ ਸ਼ਾਸਨ ਕਾਲ ਦੇ ਵਿੱਚ ਜਿਹੜੀ ਬੌਧ ਸੱਭਿਅਤਾ ਸੀ
ਦਾ ਪ੍ਰਸਿੱਧ ਕੇਂਦਰ ਸੀ ਪੇਸ਼ਾਵਰ। ਤਾਂ ਇਹ ਸੀਗਾ ਜੀ ਕਨਿਸ਼ਕ ਦੇ ਸ਼ਾਸਨ ਕਾਲ ਦੇ ਵਿੱਚ। ਜਿਹੜਾ ਪੇਸ਼ਾਵਰ ਸਥਾਨ ਸੀਗਾ ਤਾਂ ਕਨਿਸ਼ਕ ਸਮਰਾਟ ਦੇ ਸ਼ਾਸਨ ਕਾਲ ਦੇ ਵਿੱਚ ਬੌਧ ਸੱਭਿਅਤਾ ਦਾ ਪ੍ਰਮੁੱਖ ਕੇਂਦਰ ਸੀ। ਖਾਨਵਾ ਦੇ ਯੁੱਧ ਵਿੱਚ ਮੇਵਾੜ ਨੂੰ ਹਰਾਉਣ ਵਾਲਾ ਸ਼ਾਸਕ ਕੌਣ ਸੀਗਾ? ਤਾਂ ਇਹ ਸੀਗਾ ਜੀ ਬਾਬਰ। ਜਿਨ੍ਹਾਂ ਨੇ ਮੇਵਾੜ ਨੂੰ ਹਰਾਉਣ ਵਾਲਾ ਸ਼ਾਸਕ ਹੋਇਆ ਬਾਬਰ। ਯੁੱਧ ਕਿਹੜਾ ਸੀ? ਖਾਨਵਾ ਦਾ ਯੁੱਧ ਸੀ। ਇਹ ਕੁਐਸਚਨ ਵੀ ਕਾਫੀ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ। ਅਗਲਾ ਪ੍ਰਸ਼ਨ ਹੈ, ਚੌਥੀ ਬੌਧ ਸੰਗਤੀ ਕਿਸ ਸੁਰੱਖਿਅਨ ਵਿੱਚ ਹੋਈ? ਸੁਰੱਖਿਅਨ ਯਾਨੀ ਕਿ ਕਿਹਦੇ ਸ਼ਾਸਨ ਕਾਲ ਦੇ ਵਿੱਚ ਹੋਈ ਸੀ? ਸੋ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਕਨਿਸ਼ਕ ਦੇ ਸ਼ਾਸਨ ਕਾਲ ਦੇ ਵਿੱਚ ਚੌਥੀ ਬੌਧ ਸੰਗਤੀ ਸੀ ਜਿਹੜੀ ਉਹ ਹੋਈ ਸੀ। ਹੜੱਪਾ ਸੰਸਕ੍ਰਿਤੀ ਨਾਲ ਸੰਬੰਧਿਤ ਸਥਲ ਰੰਗਪੁਰ ਕਿਸ ਰਾਜ ਵਿੱਚ ਹੈ? ਤਾਂ ਇਹ ਹੈ ਜੀ ਗੁਜਰਾਤ ਰਾਜ ਦੇ ਵਿੱਚ। ਜੋ ਹੜੱਪਾ, ਇਹਦੇ ਵਿੱਚ ਹੀ ਦੋ ਕੁਐਸਚਨ ਬਣਦੇ ਹੈ। ਹੜੱਪਾ ਸੰਸਕ੍ਰਿਤੀ ਨਾਲ ਸੰਬੰਧਿਤ ਸਥਲ ਕਿਹੜਾ ਹੈ? ਰੰਗਪੁਰ। ਰੰਗਪੁਰ ਕਿਹੜੇ ਰਾਜ ਦੇ ਵਿੱਚ ਸਥਿਤ ਹੈ? ਤਾਂ ਇਹ ਹੈ ਜੀ ਗੁਜਰਾਤ ਰਾਜ ਦੇ ਵਿੱਚ। ਅਗਲਾ ਪ੍ਰਸ਼ਨ ਹੈ, ਵੈਦਿਕ ਯੁੱਗ ਦੇ ਵਿੱਚ ਅਨਸ ਕਿਸ ਦੀ ਪਹਿਚਾਣ ਸੀ? ਤਾਂ ਇਹ ਸੀਗੀ ਜੀ ਬੈਲ ਗੱਡੀ ਦੀ। ਜਿਹੜੀ ਅਨਸ ਸੀ, ਬੈਲ ਗੱਡੀ ਨੂੰ ਕਿਹਾ ਜਾਂਦਾ ਸੀ, ਉਸਦੀ ਪਹਿਚਾਣ ਸੀ ਇਹ ਵੈਦਿਕ ਯੁੱਗ ਦੇ ਵਿੱਚ। ਅਗਲਾ ਪ੍ਰਸ਼ਨ ਹੈ, ਤੈਮੂਰ ਦੇ ਹਮਲੇ ਸਮੇਂ ਭਾਰਤ 'ਤੇ ਕਿਸ ਵੰਸ਼ ਦਾ ਸ਼ਾਸਨ ਸੀਗਾ? ਤਾਂ ਇਹ ਸੀਗਾ ਜੀ ਤੁਗਲਕ ਵੰਸ਼ ਦਾ। ਜਦੋਂ ਤੈਮੂਰ ਨੇ ਭਾਰਤ 'ਤੇ ਹਮਲਾ ਕੀਤਾ ਸੀ ਤਾਂ ਉਸ ਸਮੇਂ ਤੁਗਲਕ ਵੰਸ਼ ਦਾ ਜਿਹੜਾ ਭਾਰਤ 'ਤੇ ਸ਼ਾਸਨ ਸੀਗਾ। ਫਤੂਹਾਤ-ਏ ਫਿਰੋਜ਼ ਸ਼ਾਹੀ ਕਿਸ ਸੁਲਤਾਨ ਦੀ ਆਤਮ ਕਥਾ ਦਾ ਨਾਮ ਹੈ? ਤਾਂ ਇਹ ਹੈ ਜੀ ਫਿਰੋਜ਼ ਤੁਗਲਕ। ਸੋ ਇਹ ਤੋਂ ਫਿਰੋਜ਼ ਸ਼ਾਹੀ ਤੋਂ ਹੀ ਅੰਦਾਜ਼ਾ ਲਗਾ ਲਿਓ। ਫਤੂਹਾਤ-ਏ ਫਿਰੋਜ਼ ਸ਼ਾਹੀ ਫਿਰੋਜ਼ ਤੁਗਲਕ ਦੀ ਆਤਮ ਕਥਾ ਦਾ ਨਾਮ ਹੈ। ਅਗਲਾ ਪ੍ਰਸ਼ਨ ਹੈ, ਕਿਹੜਾ ਸੂਫੀ ਸੰਪਰਦਾਇ ਬਿਹਾਰ ਦੇ ਵਿੱਚ ਬਹੁਤ ਲੋਕਪ੍ਰਿਯ ਸੀ, ਯਾਨੀ ਕਿ ਬਹੁਤ ਜ਼ਿਆਦਾ ਹਰਮਨ ਪਿਆਰਾ ਸੀਗਾ? ਤਾਂ ਉਹ ਸੀਗਾ ਜੀ ਫਿਰਦੋਸ਼ੀ ਸੂਫੀ ਸੰਪਰਦਾਇ, ਜੋ ਬਿਹਾਰ ਦੇ ਵਿੱਚ ਬਹੁਤ ਜ਼ਿਆਦਾ ਲੋਕਪ੍ਰਿਯ ਸੀਗਾ। ਸੋ ਫਿਰਦੋਸ਼ੀ ਇੱਕ ਸੂਫੀ ਸੰਪਰਦਾਇ ਸੀ। ਅਗਲਾ ਪ੍ਰਸ਼ਨ ਹੈ, ਮਹਾਬਲੀਪੁਰਮ ਦੇ ਮੰਦਰਾਂ ਦਾ ਨਿਰਮਾਣ ਕਿਸ ਰਾਜਵੰਸ਼ ਦੇ ਸ਼ਾਸਕਾਂ ਨੇ ਕਰਵਾਇਆ ਸੀ? ਤਾਂ ਇਹ ਕਰਵਾਇਆ ਸੀਗਾ ਜੀ ਪੱਲਵ ਵੰਸ਼ ਦੇ ਸ਼ਾਸਕਾਂ ਨੇ। ਜੋ ਮਹਾਬਲੀਪੁਰਮ ਦੇ ਮੰਦਰ ਨੇ ਤਾਂ ਇਹਨਾਂ ਦਾ ਨਿਰਮਾਣ ਸੀ ਜਿਹੜਾ ਪੱਲਵ ਵੰਸ਼ ਦੇ ਸ਼ਾਸਕਾਂ ਨੇ ਕਰਵਾਇਆ ਸੀ। ਸੋ ਪਹਿਲਾਂ ਵੀ ਕੁਐਸਚਨ ਤੁਹਾਨੂੰ ਇਹ ਦੱਸਿਆ ਸੀਗਾ। ਅਗਲਾ ਪ੍ਰਸ਼ਨ ਹੈ, ਕੁਬਤ ਉਲ ਇਸਲਾਮ ਮਸਜਿਦ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ? ਤਾਂ ਇਹ ਕਰਵਾਇਆ ਸੀਗਾ ਜੀ ਕੁਤਬਦੀਨ ਐਬਕ ਨੇ। ਕੁਬਤ ਉਲ ਇਸਲਾਮ ਇਹ ਮਸਜਿਦ ਸੀ ਜਿਹਦਾ ਨਿਰਮਾਣ ਸੀ ਜਿਹੜਾ ਕੁਤਬਦੀਨ ਐਬਕ ਨੇ ਕਰਵਾਇਆ ਸੀ। ਸੋ ਇੱਥੇ ਫੌਂਟ ਚੇਂਜ ਹੋ ਜਾਂਦੇ ਕਈ ਵਾਰ। ਕਿਸ ਐਕਟ ਦੇ ਅੰਤਰਗਤ ਕਲਕੱਤਾ ਸਰਵਉੱਚ ਅਦਾਲਤ ਦੀ ਸਥਾਪਨਾ ਹੋਈ ਸੀ? ਤਾਂ ਇਹ ਹੋਈ ਸੀ ਰੈਗੂਲੇਟਿੰਗ ਐਕਟ ਦੇ ਤਹਿਤ। ਸੋ ਪੋਲਿਟੀ ਦਾ ਇਹ ਕੁਐਸਚਨ ਹੈ। ਪੋਲਿਟੀ ਦੇ ਵਿੱਚ ਵੀ ਆ ਜਾਂਦਾ ਹੈ, ਹਿਸਟਰੀ ਦੇ ਵਿੱਚ ਵੀ ਆ ਜਾਂਦਾ ਹੈ। ਸੋ ਕਾਫੀ ਵਾਰ ਇਹ ਕੁਐਸਚਨ ਆਇਆ ਹੋਇਆ ਹੈ ਕਲਕੱਤਾ ਸਰਵਉੱਚ ਅਦਾਲਤ ਨੂੰ ਲੈ ਕੇ। ਸੋ ਇਹਦੀ ਸਥਾਪਨਾ ਸੀ ਜਿਹੜੀ ਰੈਗੂਲੇਟਿੰਗ ਐਕਟ ਸੀਗਾ, ਇਸ ਦੇ ਅੰਤਰਗਤ ਇਸ ਦੇ ਅਧੀਨ ਹੈ ਜਿਹੜੀ ਕੀਤੀ ਗਈ ਸੀ। ਸਾਮਵੇਦ ਦਾ ਪਹਿਲਾ ਦ੍ਰਸ਼ਟ ਤਾਂ ਵੇਦ ਵਿਆਸ ਦੇ ਕਿਸ ਸ਼ਾਗਿਰਦ ਨੂੰ ਮੰਨਿਆ ਜਾਂਦਾ ਹੈ? ਤਾਂ ਇਹ ਮੰਨਿਆ ਜਾਂਦਾ ਜੀ ਜੈਮਨੀ ਨੂੰ। ਜੋ ਸਾਮਵੇਦ ਦਾ ਪਹਿਲਾ ਦ੍ਰਸ਼ਟਾ ਵੇਦ ਵਿਆਸ ਹੈ ਤਾਂ ਇਸ ਦਾ ਜਿਹੜਾ ਸ਼ਾਗਿਰਦ ਹੈ ਤੇ ਜੈਮਨੀ ਨੂੰ ਮੰਨਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਰਾਸ਼ਟਰਕੂਟਾਂ ਦਾ ਪ੍ਰਸਿੱਧ ਸਥਾਪਤ ਕੰਮ ਕਿਹੜਾ ਹੈ? ਤਾਂ ਇਹ ਹੈ ਜੀ ਕੈਲਾਸ਼ ਮੰਦਰ। ਕੈਲਾਸ਼ ਮੰਦਰ ਦਾ ਨਿਰਮਾਣ ਕਰਵਾਇਆ ਸੀ ਰਾਸ਼ਟਰਕੂਟਾਂ ਨੇ। ਇਹ ਰਾਸ਼ਟਰਕੂਟਾਂ ਦਾ ਸਭ ਤੋਂ ਪ੍ਰਸਿੱਧ ਸਥਾਪਤ ਕੰਮ ਹੈ। ਦਿੱਲੀ ਦੇ ਲਾਲ ਕਿਲ੍ਹਾ ਵਿੱਚ ਮੋਤੀ ਮਸਜਿਦ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ? ਤਾਂ ਇਹ ਕਰਵਾਇਆ ਸੀਗਾ ਜੀ ਔਰੰਗਜ਼ੇਬ ਨੇ। ਪ੍ਰਸਿੱਧ ਗਾਇਤਰੀ ਮੰਤਰ ਕਿਸ ਸੌਰ ਮੰਡਲੀ ਦੇਵਤਾ ਨੂੰ ਸੰਬੋਧਿਤ ਹੈ? ਗਾਇਤਰੀ ਮੰਤਰ ਪੁੱਛਿਆ ਗਿਆ ਤਾਂ ਇਹ ਸੰਬੋਧਿਤ ਹੈ ਜੀ ਸਵਿਤਰੀ ਨੂੰ। ਜੋ ਗਾਇਤਰੀ ਮੰਤਰ ਹੈ ਇਹ ਸਵਿਤਰੀ ਸੌਰ ਮੰਡਲੀ ਦੇਵਤਾ ਹੈ ਦਾ ਨਾਮ ਹੈਗਾ ਤਾਂ ਉਸ ਨੂੰ ਇਹ ਸੰਬੋਧਿਤ ਹੈ। ਅਗਲਾ ਪ੍ਰਸ਼ਨ ਹੈ, ਆਜੀਵਿਕ ਸੰਪਰਦਾਇ ਦਾ ਪ੍ਰਤੀਪਾਦਕ ਕੌਣ ਸੀਗਾ? ਤਾਂ ਉਹ ਸੀਗਾ ਜੀ ਮਖਿਲ ਗੋਸਾਲ। ਗੁਲਾਸ ਨਹੀਂ ਹੈ, ਗੋਸਾਲ ਹੈ ਜੋ ਆਜੀਵਕ ਸੰਪਰਦਾਇ ਦਾ ਪ੍ਰਤੀਪਾਦਕ ਸੀਗਾ। ਕਿਸ ਸਥਾਨ ਨੂੰ ਬੁੱਧ ਧਰਮ ਦਾ
ਜਨਮ ਸਥ ਲਈ ਮੰਨਿਆ ਜਾਂਦਾ ਹੈ? ਤਾਂ ਇਹ ਮੰਨਿਆ ਜਾਂਦਾ ਜੀ ਸਾਰਨਾਥ ਨੂੰ। ਸ਼ਿਵਾਜੀ ਦੇ ਪਿਤਾ ਸ਼ਾਹਜੀ ਭੋਸਲੇ ਕਿਸ ਰਾਜ ਦੀ ਸੇਵਾ ਵਿੱਚ ਸਨ? ਤਾਂ ਇਹ ਸੀਗੇ ਜੀ ਅਹਿਮਦਨਗਰ ਰਾਜ ਦੀ ਸੇਵਾ ਦੇ ਵਿੱਚ। ਸੋ ਸ਼ਿਵਾਜੀ ਦੇ ਪਿਤਾ ਦਾ ਨਾਮ ਸ਼ਾਹਜੀ ਭੋਸਲੇ ਸੀ। ਕਈ ਵਾਰ ਇਹ ਵੀ ਪੁੱਛ ਲਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਅਸ਼ੋਕ ਦੇ ਜ਼ਿਆਦਾਤਰ ਅਭਿਲੇਖ ਕਿਸ ਲਿਪੀ ਦੇ ਵਿੱਚ ਨੇ? ਤਾਂ ਇਹ ਨੇ ਜੀ ਬ੍ਰਾਹਮੀ ਲਿਪੀ ਦੇ ਵਿੱਚ ਜ਼ਿਆਦਾਤਰ ਜਿਹੜੇ ਅਭਿਲੇਖ ਨੇ। ਅਤੇ ਇਹਨਾਂ ਨੂੰ ਪੜ੍ਹਨ ਵਾਲਾ ਪਹਿਲਾ ਵਿਅਕਤੀ ਕੌਣ ਸੀਗਾ? ਜੇਮਜ਼ ਪ੍ਰਿੰਸਿਪ। ਤਾਂ ਇਹ ਕੁਐਸਚਨ ਵੀ ਕਾਫੀ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਕਿ ਅਸ਼ੋਕ ਦੇ ਅਭਿਲੇਖਾਂ ਨੂੰ ਪੜ੍ਹਨ ਵਾਲਾ ਕੌਣ ਸੀ? ਜੇਮਜ਼ ਪ੍ਰਿੰਸਿਪ ਸੀਗਾ। ਚੇਰ ਕਵੀਆਂ ਨੇ ਕਿਸ ਨੂੰ ਆਪਣਾ ਸਭ ਤੋਂ ਮਹਾਨ ਰਾਜ ਦੱਸਿਆ? ਤਾਂ ਇਹ ਦੱਸਿਆ ਜੀ ਸੇਨਗੁਟਗਟਵਨ ਨਾਲ ਚੇਰ ਨੂੰ। ਜੋ ਚੇਰ ਕਵੀ ਹੋਏ ਨੇ ਤਾਂ ਇਹਨਾਂ ਨੇ ਸਭ ਤੋਂ ਆਪਣਾ ਜਿਹੜਾ ਮਹਾਨ ਰਾਜ ਹੈ ਉਹ ਦੱਸਿਆ। ਵਿਕਰਮਸ਼ਿਲਾ ਬੌਧ ਮੱਠ ਦੀ ਸਥਾਪਨਾ ਕਿਸ ਨੇ ਕੀਤੀ ਸੀ? ਤਾਂ ਇਹ ਕੀਤੀ ਸੀ ਜੀ ਧਰਮਪਾਲ ਨੇ। ਦਿਲੀਵਾੜਾ ਦਾ ਜੈਨ ਮੰਦਿਰ ਕਿੱਥੇ ਸਥਿਤ ਹੈ? ਤਾਂ ਇਹ ਸਥਿਤ ਹੈ ਜੀ ਮਾਊਂਟ ਆਬੂ 'ਤੇ। ਜੋ ਦਿਲਵਾੜਾ ਦਾ ਜੈਨ ਮੰਦਿਰ ਹੈ ਇਹ ਸਥਿਤ ਹੈ। ਮੱਧਕਾਲੀਨ ਭਾਰਤ ਦੇ ਕਿਸ ਸ਼ਾਸਕ ਨੇ ਮਜਹਰ ਜਾਂ ਮਹਿਜਰ ਦੀ ਘੋਸ਼ਣਾ ਕੀਤੀ ਸੀ? ਤਾਂ ਇਹ ਕੀਤੀ ਸੀ ਜੀ ਅਕਬਰ ਨੇ, ਜੋ ਮੱਧਕਾਲੀਨ ਭਾਰਤ ਦਾ ਸ਼ਾਸਕ ਹੋਇਆ। ਕਿਸ ਮੁਗਲ ਸਮਰਾਟ ਨੇ ਸਤੀ ਪ੍ਰਥਾ ਨੂੰ ਰੋਕਣ ਦਾ ਯਤਨ ਕੀਤਾ ਸੀ? ਤਾਂ ਇਹ ਵੀ ਕੀਤਾ ਸੀਗਾ ਜੀ ਮੁਗਲ ਸਮਰਾਟ ਅਕਬਰ ਨੇ। ਅਗਲਾ ਪ੍ਰਸ਼ਨ ਹੈ ਗੈਰ ਉਲ ਮਜਲਿਸ ਦਾ ਲੇਖਕ ਕੌਣ ਸੀਗਾ? ਤਾਂ ਉਹ ਸੀਗਾ ਜੀ ਹਮੀਦ ਕਲੰਦਰ। ਅਕਬਰ ਦੇ ਦਰਬਾਰ ਵਿੱਚ ਸਭ ਤੋਂ ਪ੍ਰਸਿੱਧ ਹਿੰਦੀ ਕਵੀ ਕੌਣ ਸੀ? ਤਾਂ ਉਹ ਸੀਗਾ ਜੀ ਅਬਦੁਰ ਰਹੀਮ ਖਾਨੇ ਖਾਨਾ, ਜੋ ਅਕਬਰ ਦੇ ਦਰਬਾਰ ਦਾ ਸਭ ਤੋਂ ਪ੍ਰਸਿੱਧ ਹਿੰਦੀ ਦਾ ਕਵੀ ਸੀ। ਸਾਸਾਰਾਮ ਬਿਹਾਰ ਵਿੱਚ ਕਿਸ ਸ਼ਾਸਕ ਦਾ ਮਕਬਰਾ ਹੈ? ਤਾਂ ਇਹ ਹੈ ਜੀ ਸ਼ੇਰ ਸ਼ਾਹ ਸੂਰੀ ਦਾ। ਸੋ ਇਹ ਪੰਜਾਬ ਟੈਟ ਦੇ ਵਿੱਚ ਵੀ ਕੁਐਸਚਨ ਪੁੱਛਿਆ ਗਿਆ ਸੀਗਾ। ਅਸ਼ਟਾਂਗ ਮਾਰਗ ਦਾ ਪਾਲਣ ਕਰਨ ਲਈ ਸਿੱਖਿਆ ਕਿਸ ਨੇ ਦਿੱਤੀ ਸੀ? ਤਾਂ ਇਹ ਸੀਗੀ ਗੌਤਮ ਬੁੱਧ ਜੀ ਨੇ। ਅਸ਼ਟਾਂਗ ਮਾਰਗ ਦਾ ਪਾਲਣ ਕਰਨ ਦੀ ਸਿੱਖਿਆ ਜਿਹੜੀ ਦਿੱਤੀ ਗਈ ਸੀ। ਟੀਪੂ ਸੁਲਤਾਨ ਦੇ ਸ਼ਾਸਨ ਕਾਲ ਵਿੱਚ ਮੈਸੂਰ ਦੀ ਰਾਜਧਾਨੀ ਕੀ ਸੀ? ਤਾਂ ਇਹ ਸੀਗੀ ਜੀ ਸ੍ਰੀ ਰੰਗਪਟਮ। ਜੋ ਟੀਪੂ ਸੁਲਤਾਨ ਹੋਏ ਨੇ ਤਾਂ ਇਹਨਾਂ ਦੇ ਸ਼ਾਸਨ ਕਾਲ ਦੇ ਵਿੱਚ ਮੈਸੂਰ ਦੀ ਜਿਹੜੀ ਰਾਜਧਾਨੀ ਸੀ ਸ੍ਰੀ ਰੰਗਪਟਮ ਸੀ। ਅਗਲਾ ਪ੍ਰਸ਼ਨ ਹੈ ਸਭ ਤੋਂ ਪਹਿਲਾਂ ਕਿਹੜੇ ਸ਼ਾਸਕ ਨੇ ਆਗਰਾ ਨੂੰ ਆਪਣੀ ਰਾਜਧਾਨੀ ਬਣਾਇਆ ਸੀ? ਤਾਂ ਇਹ ਬਣਾਇਆ ਸੀ ਜੀ ਸਿਕੰਦਰ ਲੋਧੀ ਨੇ। ਆਗਰਾ ਨੂੰ ਸਭ ਤੋਂ ਪਹਿਲਾਂ ਰਾਜਧਾਨੀ ਬਣਾਉਣ ਵਾਲਾ ਸ਼ਾਸਕ ਸੀ ਜਿਹੜਾ ਉਹ ਸਿਕੰਦਰ ਲੋਧੀ ਸੀਗਾ। ਵੈਸ਼ਾਲੀ ਕਿਸ ਪ੍ਰਾਚੀਨ ਰਾਜ ਦੀ ਰਾਜਧਾਨੀ ਸੀ? ਤਾਂ ਇਹ ਸੀਗੀ ਜੀ ਲਿੱਛਵੀ ਰਾਜ ਦੀ। ਜੋ ਵੈਸ਼ਾਲੀ ਸੀ ਤਾਂ ਪ੍ਰਾਚੀਨ ਰਾਜ ਹੈ ਲਿੱਛਵੀ ਰਾਜ, ਤਾਂ ਇਸ ਦੀ ਰਾਜਧਾਨੀ ਸੀ। ਅਗਲਾ ਪ੍ਰਸ਼ਨ ਹੈ ਜੁਜ ਸੰਹਿਤਾ ਵਿੱਚ ਸਭ ਤੋਂ ਬਾਅਦ ਦੀ ਸੰਹਿਤਾ ਕਿਹੜੀ ਸੀ? ਤਾਂ ਇਹ ਸੀਗੀ ਜੀ ਵਾਜਸੈਨਿਆ ਸੰਹਿਤਾ, ਜੋ ਜੁਜ ਸੰਹਿਤਾ ਦੇ ਵਿੱਚ ਸਭ ਤੋਂ ਬਾਅਦ ਦੀ ਸੰਹਿਤਾ ਸੀ। ਕਿਸ ਪੱਛਮੀ ਵਿਦਵਾਨ ਨੇ ਰੋਮ ਤੋਂ ਭਾਰਤ ਵਿੱਚ ਸੋਨੇ ਦੇ ਨਿਰਗਮਨ ਤੇ ਦੁੱਖ ਦਾ ਪ੍ਰਗਟ ਕੀਤਾ ਸੀ? ਤਾਂ ਉਹ ਕੀਤਾ ਸੀਗਾ ਜੀ ਪਲੈਨੀ ਨੇ। ਸੋ ਪਲੈਨੀ ਸੀ ਜਿਹੜਾ ਜਾਂ ਪਲੈਨੀ ਸੀਗਾ ਪੱਛਮੀ ਵਿਦਵਾਨ ਸੀਗਾ ਜਿਹਨੇ ਰੋਮ ਤੋਂ ਭਾਰਤ ਵਿੱਚ ਸੋਨੇ ਦੇ ਨਿਰਗਮਨ ਤੇ ਦੁੱਖ ਪ੍ਰਗਟ ਕੀਤਾ ਸੀ। ਭਾਰਤ ਵਿੱਚ ਖਰੋਸਟੀ ਲਿਪੀ ਨੂੰ ਕਿਸ ਨੇ ਸਥਾਪਿਤ ਕੀਤਾ ਸੀ? ਤਾਂ ਇਹ ਕੀਤਾ ਸੀਗਾ ਜੀ ਇਰਾਨੀਆਂ ਨੇ। ਅਗਲਾ ਪ੍ਰਸ਼ਨ ਹੈ ਗੋਦੜ ਨੂੰ ਆਨੰਦਾ ਵੰਦਾ ਸੁਖਦਾ ਕਿਸ ਨੇ ਕਿਹਾ ਹੈ ਜਾਂ ਕਿਸ ਵਿੱਚ ਕਿਹਾ ਗਿਆ ਹੈ? ਤਾਂ ਇਹ ਕਿਹਾ ਗਿਆ ਜੀ ਸੁੱਤ ਨਿਪਾਤ ਦੇ ਵਿੱਚ। ਸੋ ਕਾਫੀ ਡਿਫਿਕਲਟ ਜਿਹਾ ਕੁਐਸਚਨ ਹੈ ਇਹ, ਕੋਈ ਇਹਦੇ ਵਿੱਚ ਤੁਕ ਵੀ ਨਹੀਂ ਬਣਦੀ। ਸੋ ਇਹ ਕੁਐਸਚਨ ਹੀ ਇੱਦਾਂ ਦਾ ਬਣਦਾ ਹੈ। ਅਗਲਾ ਪ੍ਰਸ਼ਨ ਹੈ ਚਿਰਾਂਦ ਵਿੱਚ ਲਾਲ ਅਤੇ ਕਾਲੇ ਮਦਰ ਕਾਲ ਦਾ ਸੰਬੰਧ ਕਿਸ ਧਾਤੂ ਤੋਂ ਹੈ? ਤਾਂ ਇਹ ਹੈ ਜੀ ਲੋਹਾ ਧਾਤੂ ਤੋਂ।
ਸੰਪੰਨ ਅਤੇ ਅਮੀਰ ਕਿਸਾਨਾਂ ਨੂੰ ਸੰਗਮ ਸਾਹਿਤ ਵਿੱਚ ਕੀ ਕਿਹਾ ਗਿਆ ਹੈ? ਜੋ ਸੰਪੰਨ ਅਤੇ ਅਮੀਰ ਕਿਸਾਨ ਸੀ ਤਾਂ ਇਹਨਾਂ ਨੂੰ ਸੰਗਮ ਸਾਹਿਤ ਵਿੱਚ ਕੀ ਕਿਹਾ ਗਿਆ ਹੈ? ਇਹ ਕੁਐਸਚਨ ਬਣਦਾ ਹੈ। ਤਾਂ ਇਹ ਕਿਹਾ ਗਿਆ ਜੀ ਵਿਲਾਮ, ਵਿਲਾਮ ਕਿਹਾ ਗਿਆ ਹੈ। ਰਿਗਵੇਦ ਦੇ ਵਿੱਚ ਅਦਨਿਆ ਸ਼ਬਦ ਦਾ ਇਸਤੇਮਾਲ ਕਿਸ ਦੇ ਲਈ ਹੋਇਆ? ਤਾਂ ਇਹ ਹੋਇਆ ਜੀ ਦੁੱਧ ਦੇਣ ਵਾਲੀ ਗਾਂ ਦੇ ਲਈ। ਰਿਗਵੇਦ ਦੇ ਵਿੱਚ ਅਦਨਿਆ ਸ਼ਬਦ ਜਿਹੜਾ ਇਸਤੇਮਾਲ ਕੀਤਾ ਗਿਆ। ਕਿਸ ਅਭਿਲੇਖ ਤੋਂ ਅਸ਼ੋਕ ਦੀ ਪਹਿਚਾਣ ਹੋਈ ਸੀ? ਤਾਂ ਇਹ ਹੋਈ ਸੀ ਜੀ ਮਾਸਕੀ ਅਭਿਲੇਖ ਤੋਂ। ਰਾਜਾ ਅਸ਼ੋਕ ਹੋਇਆ, ਇਸ ਦੀ ਪਹਿਚਾਣ ਹੋਈ ਸੀ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਨੇ। ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ। ਬਾਕੀ ਨਾਲ ਦੀ ਨਾਲ ਨੋਟ ਜ਼ਰੂਰ ਕਰੀ ਜਾਇਓ, ਕਿਉਂਕਿ ਤੁਹਾਡੇ ਯਾਦ ਰਹਿਣਗੇ ਅਗਰ ਤੁਸੀਂ ਦੇਖ ਕੇ ਲਿਖੋਗੇ ਤਾਂ ਦੁਬਾਰਾ ਇੱਕ ਵਾਰ ਤੁਹਾਨੂੰ ਰਿਵੀਜ਼ਨ ਕਰਨ ਦੀ ਹੀ ਜ਼ਰੂਰਤ ਹੋਏਗੀ। ਆਪਣੇ ਆਪ ਤੁਹਾਡੇ ਆਨਸਰ ਹੈ ਜਿਹੜੇ ਯਾਦ ਹੋ ਜਾਣਗੇ। ਸੋ ਮਿਲਦੇ ਹਾਂ ਜੀ ਅਗਲੇ ਨਵੇਂ ਭਾਗ ਦੇ ਵਿੱਚ ਅਗਲੇ ਨਵੇਂ ਪ੍ਰਸ਼ਨਾਂ ਨਾਲ। ਉਦੋਂ ਤੱਕ ਲਈ ਧੰਨਵਾਦ ਜੀ।